ਜਨਮ ਜਨਮ ਭਰਮਤ ਫਿਰਿਓ, ਮਿਟਿਓ ਨਾ ਜਮ ਕੋ ਤਰਾਸ। ਕਹੋ ਨਾਨਕ ਹਰਿ ਭਜ ਮਨਾ, ਨਿਰਭੈ ਪਾਵਹਿ ਬਾਸ। ਕਹੋ ਨਾਨਕ ਹਰਿ ਭਜ ਮਨਾ, ਨਿਰਭੈ ਪਾਵਹਿ ਬਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗਰੀਬ ਨਿਵਾਜ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਪਿਆਰ ਵਾਲੀ ਸਾਧ ਸੰਗਤ। ਸਤਿਗੁਰਾਂ ਨੇ ਬੜੀ ਰਹਿਮਤ, ਬੜੀ ਬਖਸ਼ਿਸ਼ ਸਾਡੇ ਸਭਨਾਂ ਉੱਪਰ ਕੀਤੀ ਹੈ, ਜੋ ਅੰਮ੍ਰਿਤ ਵੇਲੇ ਦੇ ਇਹਨਾਂ ਵਿਸ਼ੇਸ਼ ਦੀਵਾਨਾਂ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਲੋਕਾਂ ਦੀ ਵਿਚਾਰ ਪਿਛਲੇ ਦਿਨਾਂ ਤੋਂ ਆਪਾਂ ਆਰੰਭ ਕੀਤੀ ਹੈ। 32 ਸਲੋਕਾਂ ਤੱਕ ਆਪਾਂ ਵਿਚਾਰ ਕੀਤੀ ਹੈ। 33ਵੇਂ ਸਲੋਕ ਦੀ ਵਿਚਾਰ ਦੀ ਆਰੰਭਤਾ ਅੱਜ ਆਪਾਂ ਕਰਨੀ ਹੈ। ਕੀ ਬਖਸ਼ਿਸ਼ਾਂ, ਕੀ ਰਹਿਮਤਾਂ ਸਤਿਗੁਰੂ ਕਰ ਰਹੇ ਨੇ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਮਨੋਬਿਰਤੀਆਂ ਨੂੰ ਕਰੀਏ ਇਕਾਗਰ। ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਨਮ ਜਨਮ ਭਰਮਤ ਫਿਰਿਓ, ਮਿਟਿਓ ਨਾ ਜਮ ਕੋ ਤਰਾਸ। ਕਹੋ ਨਾਨਕ ਹਰਿ ਭਜ ਮਨਾ, ਨਿਰਭੈ ਪਾਵਹਿ ਬਾਸ। ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ। ਸਤਿਗੁਰੂ ਕਹਿ ਰਹੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿ ਮਨੁੱਖ ਜਨਮਾਂ ਜਨਮਾਂ ਤੋਂ ਭਰਮਣ ਕਰਦਾ ਪਿਆ ਹੈ, ਪਰ ਜਮ ਕੋ ਤਰਾਸ, ਮੌਤ ਦਾ ਡਰ ਇਹਦੇ ਗਲੋਂ ਨਹੀਂ ਲਹਿੰਦਾ। ਸਭ ਤੋਂ ਵੱਡਾ ਡਰ ਮਨੁੱਖ ਨੂੰ ਮੌਤ ਦਾ ਹੈ। ਦੋ ਡਰ ਹਨ ਸਾਧ ਸੰਗਤ ਸਭ ਤੋਂ ਵੱਡੇ, ਤੇ ਇਹ ਦੁੱਖ ਵੀ ਹਨ। ਜੰਮਣ ਤੇ ਮਰਨ ਦਾ ਦੁੱਖ ਸਭ ਤੋਂ ਵੱਡਾ। ਇਹ ਦੋ ਦੁੱਖ ਹਨ, ਵਾਰ-ਵਾਰ ਜੰਮਣਾ ਤੇ ਵਾਰ-ਵਾਰ ਮਰਨਾ। ਤੇ ਸਾਧ ਸੰਗਤ, ਇਹ ਸਫ਼ਰ ਕੋਈ ਛੋਟਾ-ਮੋਟਾ ਸਫ਼ਰ ਨਹੀਂ ਹੈ, ਬੜੇ ਲੰਬੇ ਸਫ਼ਰ ਆ। ਕਿਉਂਕਿ ਮਨੁੱਖ ਜਿਹੜਾ ਹੈ ਵਾਰ-ਵਾਰ ਆਉਂਦਾ ਤੇ ਵਾਰ-ਵਾਰ ਜਾਂਦਾ ਹੈ। ਗੁਰਬਾਣੀ ਨੇ ਸਾਨੂੰ ਸਮਝਾਇਆ, ਕਤ ਕੀ ਮਾਈ ਬਾਪ ਕਤ ਕੇਰਾ, ਕਿੱਦੂ ਥਾਊ ਹਮ ਆਏ। ਕੇਤੇ ਰੁੱਖ ਬਿਰਖ ਹਮ ਚੀਨੇ, ਕੇਤੇ ਪਸ਼ੂ ਪਾਏ। ਮਹਾਰਾਜ ਕਹਿੰਦੇ ਬੜਾ ਸਮਾਂ ਹੋ ਗਿਆ, ਇਸੇ ਤਰ੍ਹਾਂ ਭਰਮ ਕਰਦੇ ਪਏ ਹਾਂ, ਤੇ ਕਈ ਤਰ੍ਹਾਂ ਦੀਆਂ ਭਟਕਣਾਵਾਂ, ਕਈ ਜੂਨਾਂ ਦੇ ਵਿੱਚ ਅਸੀਂ ਜਿਹੜਾ ਉਹ ਭ੍ਰਮਣ ਕਰਦੇ ਹਾਂ। ਤੇ ਇਹ ਜਮ ਦਾ ਤਰਾਸ ਜਿਹੜਾ ਉਹ ਨਹੀਂ ਮਿਟਦਾ। ਵਾਰ-ਵਾਰ ਜਨਮ ਤੇ ਵਾਰ-ਵਾਰ ਮਰਨ ਹੁੰਦਾ ਰਹਿੰਦਾ ਹੈ। ਜੰਮਦਾ ਹੈ ਮਨੁੱਖ, ਮਰਦਾ ਹੈ, ਇਹੀ ਸਦਾ ਚੱਲਦਾ ਰਹਿੰਦਾ ਇੱਕ ਚੱਕਰ। ਕਿਉਂਕਿ ਮਨੁੱਖ ਕਾਲ ਚੱਕਰ ਦੇ ਵਿੱਚ ਵੱਜਾ ਹੋਇਆ ਹੈ। ਮਨੁੱਖ ਹੀ ਨਹੀਂ, ਸਾਰਾ ਬ੍ਰਹਿਮੰਡ, ਸਾਰੀ ਸ੍ਰਿਸ਼ਟੀ ਕਾਲ ਚੱਕਰ 'ਚ ਵੱਜੀ ਹੈ। ਤੇ ਧਰਤੀ ਸਾਧ ਸੰਗਤ ਗੋਲ ਹੈ, ਪ੍ਰਿਥਵੀ ਵੀ, ਤੇ ਹਰ ਚੀਜ਼ ਜਿਹੜੀ ਆ ਉਹ ਆਪਣੇ ਇੱਕ ਵਾਰੀ ਜਿਵੇਂ ਕੋਹਲੂ ਦਾ ਬਹਿਲ ਹੁੰਦਾ ਨਾ, ਵਾਪਸ ਘੁੰਮਦਾ ਘੁੰਮਦਾ ਉੱਥੇ ਆ ਨਵਾਂ ਸਾਲ ਆਉਣਾ ਹੈ, ਫੇਰ ਜਨਵਰੀ ਸ਼ੁਰੂ ਹੋ ਜਾਣਾ। ਇਸੇ ਤਰ੍ਹਾਂ ਹਰ ਚੀਜ਼ ਜਿਹੜੀ ਆ ਘੁੰਮ ਰਹੀ ਹੈ, ਕਾਲ ਦੇ ਵਿੱਚ ਘੁੰਮ ਰਹੀ ਹੈ, ਤੇ ਅਸੀਂ ਵੀ ਘੁੰਮ ਰਹੇ ਕਾਲ ਦੇ ਵਿੱਚ। ਬਚਪਨ ਹੈ, ਜਵਾਨੀ ਹੈ, ਬੁਢੇਪਾ ਹੈ, ਮੌਤ ਹੈ, ਫਿਰ ਜਨਮ ਹੈ, ਫਿਰ ਬਚਪਨ, ਜਵਾਨੀ, ਮੌਤ, ਬੁਢੇਪਾ ਤੇ ਜਨਮ। ਵਾਰ-ਵਾਰ ਇਸੇ ਤਰ੍ਹਾਂ ਚੱਲਦਾ। ਜਨਮ ਜਨਮ ਭਰਮਤ ਫਿਰਿਓ, ਵਾਰ-ਵਾਰ ਅਸੀਂ ਆਉਂਦੇ ਹਾਂ ਤੇ ਵਾਰ-ਵਾਰ ਜਾਂਦੇ ਹਾਂ। ਇਹੋ ਸਾਰਾ ਕੁਛ ਇਸੇ ਤਰ੍ਹਾਂ ਹੀ ਸਾਡੇ ਜੀਵਨ 'ਚ ਚੱਲਦਾ ਰਹਿੰਦਾ ਹੈ।
ਤੇ ਇਸ ਕਾਲ ਦੀ ਦਸ਼ਾ ਤੋਂ ਅਸੀਂ ਪਰੇ ਹੋਣਾ ਹੈ। ਕਾਲ ਤੋਂ ਪਰੇ ਉਸ ਅਕਾਲ ਦੇ ਵਿੱਚ ਭੇਦ ਹੋਣਾ ਹੈ। ਤੇ ਇਹ ਜਿਹੜਾ ਚੱਕਰ ਹੈ ਖਤਮ ਕਿਵੇਂ ਹੋਣਾ ਹੈ? ਸ਼ਬਦ ਦੇ ਨਾਲ, ਭਜਨ ਦੇ ਨਾਲ, ਬੰਦਗੀ ਦੇ ਨਾਲ। ਤੇ ਜਿੰਨਾ ਚਿਰ ਇਹ ਖਤਮ ਨਹੀਂ ਹੁੰਦਾ, ਤੇ ਸਤਿਗੁਰੂ ਕਹਿੰਦੇ ਆ, ਮਹਾਰਾਜ ਕਹਿੰਦੇ ਤੇਰੇ ਜਮਾਂ ਦਾ ਤਰਾਸ ਜਿਹੜਾ ਉਹ ਨਹੀਂ ਮੁੱਕਣਾ। ਜਨਮ ਜਨਮ ਭਰਮਤ ਫਿਰਿਓ, ਮਿਟਿਓ ਨਾ ਜਮ ਕੋ ਤਰਾਸ। ਸਤਿਗੁਰੂ ਕਹਿੰਦੇ ਜਮਾਂ ਦਾ ਤਰਾਸ, ਜਮਾਂ ਦਾ ਡਰ। ਜਮ ਹੁਣ ਹੈ ਕਿ ਮੌਤ ਹੈ, ਤੇ ਮੌਤ ਜਿਹੜੀ ਹਰ ਵੇਲੇ ਸਿਰ ਤੇ ਖਲੋਤੀ ਹੈ। ਮਮ ਸਰ ਮੁਏ ਅਜਰਾਇਲ ਗ੍ਰਿਫਤੇ ਦਿਲ ਹਿਚ ਨਾ ਦਾਨੀ। ਸਿਰ ਦੇ ਉੱਤੇ ਖੜੀ ਹੈ ਮੌਤ ਹਰ ਵੇਲੇ। ਤੇ ਸਾਧ ਸੰਗਤ, ਜਿੰਨੀਆਂ ਵੀ ਜੋਨਾਂ ਹਨ ਦੂਸਰੀਆਂ, ਜਿਨ੍ਹਾਂ ਦੇ ਵਿੱਚ ਭਰਮ ਭਰਮ ਕੇ ਮਨੁੱਖ ਇੱਥੇ ਆਇਆ ਹੈ, ਜੇ ਆਪਾਂ ਇਹਨੂੰ ਉਦਾਹਰਨ ਸਹਿਤ ਸਮਝਣਾ ਹੋਵੇ ਨਾ, ਕਿ ਇਹ ਜੋਨਾਂ ਤੇ ਮਨੁੱਖਾ ਦੇਹੀ ਦੇ ਵਿੱਚ ਕੀ ਫਰਕ ਹੈ, ਤੇ ਬੜਾ ਸੁੰਦਰ ਫਰਕ ਹੈ ਸਾਧ ਸੰਗਤ। ਉਸ ਦਿਨ ਵੀ ਬੇਨਤੀ ਕੀਤੀ ਸੀ ਕਿ ਸਾਡਾ ਇੱਕ ਕੋਈ ਮਨੋਰਥ ਹੈ ਸ੍ਰਿਸ਼ਟੀ ਤੇ ਆਉਣ ਦਾ। ਤੇ ਜਿਹੜੀਆਂ ਦੂਸਰੀਆਂ ਜੂਨਾਂ ਹਨ ਉਹ ਭੋਗੀ ਜੂਨਾਂ ਹਨ, ਉਹਨਾਂ ਭੋਗ ਕੇ ਚਲਾ ਜਾਣਾ। ਤੇ ਸਾਡਾ ਜਿਹੜਾ ਉਹ ਕਰਮ ਜੂਨ ਹੈ, ਸਾਨੂੰ ਕਰਮ ਜੂਨ ਜਿਹੜੀ ਉਹ ਭੋਗਣੀ ਪੈਣੀ। ਤੇ ਉਹਦੇ ਵਿੱਚ ਅਸੀਂ ਕੁਝ ਕਰਨ ਆਏ ਹਾਂ, ਕੋਈ ਕਰਮ ਕਮਾਉਣ ਆਏ ਹਾਂ। ਤੇ ਇੱਕ ਉਦਾਹਰਨ ਬੜੀ ਸੁੰਦਰ ਹੈ ਕਿ ਜਿਵੇਂ ਆਪਾਂ ਬਾਹਰ ਜਾਂਦੇ ਹਾਂ ਤੇ ਬਾਹਰ ਵਾਸਤੇ ਸਾਡੇ ਵਸਤਰ ਵੱਖਰੇ ਹੁੰਦੇ ਆ, ਤੇ ਘਰ ਵਿੱਚ ਜਿਹੜਾ ਅਸੀਂ ਰਹਿੰਦੇ ਹਾਂ ਤੇ ਘਰ ਵਿੱਚ ਅਸੀਂ ਵਸਤਰ ਹੋਰ ਪਾਉਂਦੇ ਹਾਂ। ਸਧਾਰਨ ਕੱਪੜੇ ਹੁੰਦੇ ਜਦੋਂ ਆਪਾਂ ਘਰ 'ਚ ਰਹਿਣਾ ਹੁੰਦਾ, ਤੇ ਵਾਰ-ਵਾਰ ਉਹੀ ਜ਼ਿਆਦਾ ਵਰਤਦੇ ਹਾਂ। ਤੇ ਪਰ ਜਦੋਂ ਅਸੀਂ ਬਾਹਰ ਕਿਸੇ ਨੂੰ ਮਿਲਣ ਜਾਣਾ ਹੋਵੇ, ਕਿਸੇ ਵਿਆਹ ਸ਼ਾਦੀ ਤੇ ਜਾਣਾ ਹੋਵੇ, ਕਿਤੇ ਘੁੰਮਣ ਫਿਰਨ ਜਾਣਾ ਹੋਵੇ, ਉਦੋਂ ਅਸੀਂ ਚੰਗੇ ਚੰਗੇ ਸੋਹਣੇ ਵਸਤਰ ਪਾਏ ਹੁੰਦੇ ਆ। ਇਸੇ ਤਰ੍ਹਾਂ ਸਾਧ ਸੰਗਤ, ਸਾਡਾ ਸਰੀਰ ਵੀ ਇੱਕ ਵਸਤਰ ਦੀ ਤਰ੍ਹਾਂ ਹੈ। ਜਿਹੜੀਆਂ ਦੂਸਰੀਆਂ ਜੋਨਾਂ ਹਨ ਉਹ ਇੱਕ ਸਧਾਰਨ ਕੱਪੜੇ ਦੀ ਨਿਆਈ ਹਨ। ਉਹਨਾਂ ਨੇ ਆਪਾਂ ਕਿਸੇ ਨੂੰ ਮਿਲ ਨਹੀਂ ਜਾਣਾ ਉਹਨਾਂ ਕੱਪੜਿਆਂ ਦੇ ਵਿੱਚ, ਉਹ ਘਰੇ ਹੀ ਰਹਿਣਾ ਹੁੰਦਾ ਹੈ। ਤੇ ਉਹ ਜੂਨਾਂ ਨੇ ਕਿਸੇ ਨੂੰ ਮਿਲਣਾ ਨਹੀਂ ਹੈ, ਉਹਨਾਂ ਨੇ ਬਸ ਭੋਗਣਾ ਹੈ ਤੇ ਚਲੇ ਜਾਣਾ ਹੈ। ਇਸੇ ਤਰ੍ਹਾਂ, ਤੇ ਜਿਹੜੇ ਸਾਧ ਸੰਗਤ ਆਪਾਂ ਇਹ ਮਨੁੱਖਾ ਜੂਨੀ ਪ੍ਰਾਪਤ ਕੀਤੀ ਹੈ, ਇਹ ਅਸੀਂ ਮਿਲਣਾ ਹੈ। ਤੇ ਮਿਲਣਾ ਕਿਹਨੂੰ ਹੈ? ਪਰਮੇਸ਼ਰ ਵਾਹਿਗੁਰੂ ਨੂੰ, ਉਸ ਅਕਾਲ ਪੁਰਖ ਨੂੰ। ਸਾਡਾ ਇਹ ਕਰਮ ਹੈ, ਉਹਨੂੰ ਮਿਲਣ ਵਾਸਤੇ ਅਸੀਂ ਇਹ ਦੇਹੀ ਧਾਰਨ ਕੀਤੀ ਹੈ। ਤੇ ਤਾਂ ਕਰਕੇ ਮਹਾਰਾਜ ਕਹਿੰਦੇ ਇਸ ਦੇਹੀ ਨੂੰ ਸਵਾਰ ਲਾ, ਬੜੇ ਜਨਮਾਂ ਬਾਅਦ ਤੈਨੂੰ ਮਿਲੀ ਹੈ। ਤੇ ਸਾਧ ਸੰਗਤ, ਸਫ਼ਰ ਬੜਾ ਲੰਬੇਰਾ ਹੈ, ਖਤਮ ਨਹੀਂ ਹੋ ਜਾਂਦਾ। ਮੌਤ ਤੋਂ ਬਾਅਦ ਸਫ਼ਰ ਜਿਹੜਾ ਉਹ ਖਤਮ ਨਹੀਂ ਹੁੰਦਾ। ਇਹ ਮਤ ਸੋਚੀਏ ਕਿ ਮੌਤ ਤੋਂ ਬਾਅਦ ਸਫ਼ਰ ਖਤਮ ਹੋ ਜਾਵੇਗਾ। ਮਨ ਦਾ ਸਫ਼ਰ ਖਤਮ ਨਹੀਂ ਹੁੰਦਾ, ਸਰੀਰ ਦਾ ਸਫ਼ਰ ਖਤਮ ਹੁੰਦਾ ਹੈ। ਮਨ ਫੇਰ ਅਗਲਾ ਜਨਮ ਧਾਰਨ ਕਰ ਲੈਂਦਾ ਹੈ। ਭਰਮਤ ਫਿਰਿਓ, ਫਿਰਦਾ ਰਹਿੰਦਾ ਹੈ। ਫੇਰ ਕਿਤੇ ਕੋਈ ਜਨਮ, ਕਿਤੇ ਕੋਈ ਜਨਮ। ਤੇ ਸਤਿਗੁਰੂ ਕਹਿੰਦੇ ਆ, ਚਿਰੰਕਾਲ ਇਹ ਦੇਹ ਸੰਜਰੀਆ। ਮਹਾਰਾਜ ਕਹਿੰਦੇ ਬੜੇ ਸਮੇਂ ਬਾਅਦ ਤੈਨੂੰ ਇਹ ਦੇਹ ਪ੍ਰਾਪਤ ਹੋਈ ਆ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਸਮਾਂ ਹੈ, ਉਹਨੂੰ ਯਾਦ ਕਰ ਲਾ, ਉਹਨੂੰ ਸਿਮਰ ਲਾ, ਉਸ ਵਾਹਿਗੁਰੂ ਨੂੰ। ਮਹਾਰਾਜ ਕਹਿੰਦੇ ਜਨਮ ਜਨਮ ਭਰਮਤ ਫਿਰਿਓ, ਮਿਟਿਓ ਨਾ ਜਮ ਕੋ ਤਰਾਸ। ਜਮਾਂ ਦਾ ਤਰਾਸ, ਜਮਾਂ ਦਾ ਡਰ ਨਹੀਂ ਜਾਂਦਾ। ਕਹੋ ਨਾਨਕ ਹਰਿ ਭਜ ਮਨਾ, ਨਿਰਭੈ ਪਾਵੈ ਬਾਸ। ਸਤਿਗੁਰ ਕਹਿੰਦੇ ਜੇ ਤੂੰ ਨਿਰਭਉ ਹੋਣਾ ਈ, ਜੇ ਜੀਵਨ ਚੋਂ ਮੌਤ ਆਉਣੀ ਹੈ, ਇਹ ਅਟੱਲ ਸੱਚਾਈ ਹੈ। ਪਰ ਉਹਦਾ ਡਰ ਜਿਹੜਾ ਹੁੰਦਾ ਹੈ ਨਾ, ਉਹ ਸਭ ਤੋਂ ਵੱਧ ਮਨੁੱਖ ਨੂੰ ਤੰਗ ਕਰਦਾ ਹੈ। ਤੇ ਮਹਾਰਾਜ ਕਹਿੰਦੇ ਨਿਰਭੈ ਹੋ ਜਾਵੇਂਗਾ ਜੇ ਉਸ ਦਾ ਭਜਨ ਕਰ ਲੇਗਾ, ਉਸ ਵਾਹਿਗੁਰੂ ਦਾ ਭਜਨ ਕਰ ਲੇਗਾ। ਜਨ ਜਤਨ ਬਹੁਤ ਮੈਂ ਕਰ ਰਹਿਓ, ਮਿਟਿਓ ਨਾ ਮਨ ਕੋ ਮਾਨ। ਦੁਰਮਤ ਸਿਓ ਨਾਨਕ ਫਦਿਓ, ਰਾਖ ਲਿਹੋ ਭਗਵਾਨ। ਸਾਧ ਸੰਗਤ, ਮਨੁੱਖ ਯਤਨ ਬਹੁਤ ਕਰਦਾ ਹੈ, ਪਰ ਮਾਨ ਨਹੀਂ ਮਿਟਦਾ। ਮਾਨ ਕੀ ਹੈ ਸਾਧ ਸੰਗਤ? ਕਿ ਆਪਣੇ ਆਪੇ ਦਾ ਮਾਨ, ਹੰਕਾਰ। ਇਹ ਕਿਸੇ ਤਰ੍ਹਾਂ ਦਾ ਵੀ ਹੋ ਸਕਦਾ। ਕਿਸੇ ਨੂੰ ਪਦਵੀ ਦਾ ਹੁੰਦਾ ਹੈ, ਕਿਸੇ ਨੂੰ ਧਨ ਦੌਲਤ ਦਾ ਹੁੰਦਾ ਹੈ, ਕਿਸੇ ਨੂੰ ਉੱਚੀ ਕੁੱਲ ਦਾ ਮਾਣ ਹੁੰਦਾ ਹੈ। ਇਸੇ ਤਰ੍ਹਾਂ ਕਈ ਤਰ੍ਹਾਂ ਦੇ ਮਾਣ ਆ। ਤੇ ਮਨੁੱਖ ਯਤਨ ਵੀ ਕਰਦਾ ਹੈ, ਕਈ ਯਤਨ ਕਰਦੇ ਆ, ਧਾਰਮਿਕ ਪਹਿਰਾਵਾ ਪਹਿਨ ਲੈਂਦੇ, ਪਰ ਉਹ ਧਾਰਮਿਕ ਪਹਿਰਾਵਾ ਹੀ ਕਈ ਵਾਰੀ ਕੀ ਹੋ ਜਾਂਦਾ ਕਿ ਉਹਨਾਂ ਦੇ ਗਲੇ ਦੀ ਫਾਹੀ ਬਣ ਜਾਂਦੀ। ਮਾਣ ਤਾਂ ਵੀ ਨਹੀਂ ਮਿਟਦਾ। ਕਹਿੰਦੇ ਇੱਕ ਸਾਧੂ ਆਇਆ ਕਿਸੇ ਗੁਰਦੁਆਰੇ, ਤੇ ਉਹਨੇ ਮਾਈਕ ਫੜਿਆ ਤੇ ਕਹਿਣਾ ਸ਼ੁਰੂ ਕਰ ਦਿੱਤਾ। ਕਹਿੰਦਾ ਮੈਂ ਇੰਨੇ ਲੱਖ ਦੀ ਪ੍ਰਾਪਰਟੀ ਨੂੰ ਲੱਤ ਮਾਰ ਕੇ ਸਾਧੂ ਬਣਿਆ।
ਮੇਰੇ ਕੋਲ ਇੰਨੀ ਪ੍ਰਾਪਰਟੀ, ਇੰਨੀ ਧਨ ਜਾਇਦਾਦ ਸੀ, ਮੈਂ ਉਹਨੂੰ ਲੱਤ ਮਾਰੀ ਤੇ ਮੈਂ ਸਾਧੂ ਬਣ ਗਿਆ। ਤੇ ਕੋਈ ਗੁਰਮੁਖ ਪਿਆਰਾ ਸਾਹਮਣੇ ਬੈਠਾ ਹੈ, ਕਹਿੰਦਾ ਮਹਾਰਾਜ ਲੱਤ ਤੁਸੀਂ ਚੰਗੀ ਤਰ੍ਹਾਂ ਨਹੀਂ ਮਾਰੀ, ਤੁਸੀਂ ਲੱਤ ਮਾਰੀ ਤੇ ਉਹ ਮਾਇਆ ਜਿਹੜੀ ਹੈ, ਉਹ ਪ੍ਰਾਪਰਟੀ ਜਿਹੜੀ ਤੁਹਾਡੀ ਜ਼ੁਬਾਨ ਨਾਲ ਜੁੜ ਗਈ ਆ ਕੇ। ਲੱਤ ਨਹੀਂ ਚੰਗੀ ਤਰ੍ਹਾਂ ਮਾਰੀ, ਉਹ ਲੱਤ ਨਾਲੋਂ ਲੈ ਕੇ ਤੇ ਜ਼ੁਬਾਨ ਨਾਲ ਜੁੜ ਗਈ, ਫਾਇਦਾ ਕੀ ਹੋਇਆ? ਇਸੇ ਕਰਕੇ ਮਹਾਰਾਜ ਕਹਿੰਦੇ ਮਿਟਿਓ ਨਾ ਮਨ ਕੋ ਮਾਨ, ਮਨ ਦਾ ਮਾਨ ਜਿਹੜਾ, ਮਾਨ ਮੁਨੀ ਮੁਨ ਵਰ ਗਲੇ, ਮਾਨ ਸਭੈ ਕੋ ਖਾਏ। ਮਾਨ ਨਹੀਂ ਮਿਟਦਾ, ਹੰਕਾਰ ਨਹੀਂ ਮਿਟਦਾ, ਮਨੁੱਖ ਬੜੇ ਯਤਨ ਕਰਦਾ ਹੈ, ਤਰ੍ਹਾਂ ਤਰ੍ਹਾਂ ਦੇ ਪਹਿਰਾਵੇ ਪਹਿਨ ਲੈਂਦਾ ਹੈ, ਤੇ ਆਪਣੇ ਆਪ ਨੂੰ, ਕਈਆਂ ਨੂੰ ਹੋ ਜਾਂਦਾ ਹੈ ਸਾਧ ਸੰਗਤ, ਤੇ ਧਰਮ ਦਾ ਜਿਹੜਾ ਮਾਨ ਹੈ ਨਾ, ਇਹ ਸਭ ਤੋਂ ਵੱਧ ਮਨੁੱਖ ਨੂੰ ਤੰਗ ਕਰਦਾ ਹੈ। ਤੇ ਮਹਾਰਾਜ ਨੇ ਤਾਂ ਹੀ ਕਿਹਾ, ਸਤਿਗੁਰਾਂ ਨੇ ਆਸਾ ਦੀ ਵਾਰ ਦੀ ਆਪਾਂ ਪਿਛਲੇ ਦਿਨਾਂ 'ਚ ਵਿਚਾਰ ਕੀਤੀ ਹੈ, ਤੇ ਸਤਿਗੁਰਾਂ ਨੇ ਤਾਂ ਹੀ ਕਿਹਾ ਨਾ, ਕਰ ਪੁੰਨੋ ਨੀਚ ਸਦਾਈਏ। ਠੀਕ ਹੈ, ਤੂੰ ਦਾਨ ਕਰ, ਪੁੰਨ ਕਰ, ਧਾਰਮਿਕ ਕਰਮ ਕਰ, ਪਰ ਨੀਚ ਸਦਾ। ਮਿੱਠਤ ਨੀਵੀ ਨਾਨਕਾ, ਗੁਣ ਚੰਗਿਆਈਆਂ ਤਤ ਨੀਵਾ ਰਹਿ। ਆਪਣੇ ਜੀਵਨ 'ਚ ਇਸ ਗੱਲ ਨੂੰ ਧਾਰਨ ਕਰ। ਸਤਿਗੁਰ ਕਹਿੰਦੇ ਮਾਨ ਮਨੁੱਖ ਦਾ ਖਤਮ ਨਹੀਂ ਹੁੰਦਾ, ਮਿਟਿਓ ਨਾ ਮਨ ਕੋ ਮਾਨ। ਬੜਾ ਯਤਨ ਮੈਂ ਕਰ ਲਿਆ। ਇੱਕ ਪੁਰਖ ਦੇ ਵਿੱਚ ਮਹਾਰਾਜ ਨੇ ਇਹ ਸ਼ਲੋਕ ਉਚਾਰਨ ਕੀਤਾ, ਆਪਣੇ ਆਪ ਨੂੰ ਸੰਬੋਧਨ ਕਰਕੇ। ਪਰ ਗੁਰੂ ਦੇ ਲਈ ਇਹ ਗੱਲ ਨਹੀਂ, ਇਹ ਸਾਡੇ ਲਈ ਗੱਲ ਹੈ। ਮਹਾਰਾਜ ਨੇ ਆਪਣੀ ਸਾਡੀ ਜਗ੍ਹਾ ਆਪਣੇ ਆਪ ਨੂੰ ਰੱਖ ਕੇ ਮਹਾਰਾਜ ਨੇ ਗੱਲ ਕਹੀ। ਸਤਿਗੁਰ ਕਹਿੰਦੇ ਮੈਂ ਬੜਾ ਯਤਨ ਕੀਤਾ, ਪਰ ਮਨ ਦਾ ਮਾਨ ਨਹੀਂ ਖਤਮ ਹੋਇਆ। ਦੁਰਮਤ ਸਿਓ ਨਾਨਕ ਫਤਿਹੋ, ਰਾਖ ਲਿਓ ਭਗਵਾਨ। ਮੈਂ ਦੁਰਮਤ ਦੇ ਵਿੱਚ ਫਸਿਆ ਹਾਂ। ਹੁਣ ਦੁਰਮਤ ਕੀ ਹੈ? ਜਿਹੜਾ ਰਸਤਾ ਮਨ ਦੇ ਪਿੱਛੇ ਅਸੀਂ ਲੱਗ ਕੇ ਚੱਲਦੇ ਹਾਂ, ਵਿਕਾਰਾਂ ਦੇ ਪਿੱਛੇ ਲੱਗ ਕੇ ਚੱਲਦੇ ਹਾਂ, ਉਹ ਦੁਰਮਤ ਹੈ। ਸਤਿਗੁਰੂ ਕਹਿੰਦੇ ਦੁਰਮਤ ਸਿਓ ਨਾਨਕ ਫਤਿਹੋ, ਮੈਂ ਫਸਿਆ ਹੋਇਆ ਇਸ ਦੁਰਮਤ ਦੇ ਵਿੱਚ, ਇਹਨਾਂ ਵਿਕਾਰਾਂ ਦੇ ਵਿੱਚ, ਇਸ ਮਾਣ ਹੰਕਾਰ ਦੇ ਵਿੱਚ। ਰਾਖ ਲਿਓ ਭਗਵਾਨ, ਹੇ ਭਗਵਾਨ ਵਾਹਿਗੁਰੂ, ਸਾਨੂੰ ਰੱਖਿਆ ਕਰੋ ਸਾਡੀ, ਕਿਉਂਕਿ ਰੱਖਣਹਾਰਾ ਤੂੰ ਹੈ। ਪੰਚ ਬਿਖਾਦੀ ਏਕ ਗਰੀਬਾ, ਰਾਖੋ ਰਾਖਣਹਾਰੇ। ਮਹਾਰਾਜ ਕਹਿੰਦੇ ਤੁਸੀਂ ਰੱਖਣਹਾਰ ਹੋ, ਕਿਰਪਾ ਕਰਕੇ ਸਾਨੂੰ ਰੱਖਣਾ ਕਰੋ। ਬਾਲ ਜੁਆਨੀ ਅਰ ਬਿਰਧ ਫੁਨ, ਤੀਨ ਅਵਸਥਾ ਜਾਨ। ਕਾਹੋ ਨਾਨਕ ਹਰਿ ਭਜਨ ਬਿਨ, ਬਿਰਥਾ ਸਭ ਹੀ ਮਾਨ। ਤਿੰਨ ਅਵਸਥਾਵਾਂ ਦਾ ਜ਼ਿਕਰ ਮਹਾਰਾਜ ਨੇ ਇੱਥੇ ਕੀਤਾ ਹੈ, ਬਾਲ ਜਵਾਨੀ ਅਰ ਬਿਰਧ ਫੁਨ, ਤੀਨ ਅਵਸਥਾ ਜਾਨ। ਮਹਾਰਾਜ ਕਹਿੰਦੇ ਇਹਨਾਂ ਤਿੰਨ ਅਵਸਥਾ ਦੇ ਵਿੱਚ ਮਨੁੱਖ ਜਾਂਦਾ ਹੈ। ਤੇ ਸਾਧ ਸੰਗਤ ਇਹ ਨਾ ਸਮਝ ਲੈਣਾ ਕਿ ਇਹ ਪੱਕੀਆਂ ਹੀ ਆਉਣੀਆਂ। ਇਹ ਤਿੰਨ ਅਵਸਥਾਵਾਂ ਹਰ ਕਿਸੇ ਤੇ ਨਹੀਂ ਆਉਂਦੀਆਂ। ਤੇ ਮਹਾਰਾਜ ਨੇ ਉਦਾਹਰਨ ਦਿੱਤੀ ਵੀ ਹਾਂ, ਕੁਝ ਪਹੁੰਚਦੇ ਆ, ਕੁਝ ਤੇ, ਕਿਉਂਕਿ ਅਸੀਂ ਸਾਰੇ ਫਸਲ ਆ ਉਸ ਵਾਹਿਗੁਰੂ ਦੀ, ਉਸ ਅਕਾਲ ਪੁਰਖ ਦੀ। ਉਹ ਜਦੋਂ ਚਾਹਵੇ ਵੱਢ ਲਵੇ। ਪੱਕੀ ਨਾਹੀ ਨੇ ਡੱਡਰੀ, ਮਹਾਰਾਜ ਕਹਿੰਦੇ ਜਿਵੇਂ ਦੀ ਉਹ ਵੱਢ ਲੈ, ਕੱਚੀ ਨਾਹੀ ਨੇ ਡੱਡਰੀ, ਪੱਕੀ ਵੱਢਣਹਾਰ। ਲੈ ਲੈ ਦਾਤ ਪਹੁੰਚਿਆ। ਮਹਾਰਾਜ ਕਹਿੰਦੇ ਉਹ ਜਿਵੇਂ ਵੀ ਚਾਹਵੇ ਲੈ ਕੇ ਦਾਤ ਪਹੁੰਚਿਆ, ਜਦੋਂ ਦਿਲ ਕਰਦਾ ਉਹ ਵੱਢ ਕੇ ਲੈ ਜਾਂਦਾ। ਤੇ ਇਹ ਪੱਕਾ ਨਹੀਂ ਹੈ ਕਿ ਜੇ ਜਵਾਨੀ ਆਈ ਹੈ ਤੇ ਬੁਢੇਪਾ ਵੀ ਆਵੇਗਾ, ਕੋਈ ਪਤਾ ਨਹੀਂ ਕਦੋਂ ਉਸ ਵਾਹਿਗੁਰੂ ਨੇ ਲੈ ਜਾਣਾ, ਕਿ ਕਦੋਂ ਉਸ ਅਕਾਲ ਪੁਰਖ ਨੇ ਲੈ ਜਾਣਾ। ਤੇ ਇਸੇ ਤਰ੍ਹਾਂ 10 ਅਵਸਥਾਵਾਂ ਦਾ ਜ਼ਿਕਰ ਵੀ ਗੁਰੂ ਨਾਨਕ ਸਾਹਿਬ ਨੇ ਕੀਤਾ ਹੈ। ਇਹ ਜੀਵਨ ਦੇ ਵਿੱਚ ਆਉਂਦੀਆਂ ਤੇ ਸਤਿਗੁਰਾਂ ਨੇ ਸਮਝਾਇਆ। ਮਹਾਰਾਜ ਕਹਿੰਦੇ ਬਾਲ ਜਵਾਨੀ ਅਰ ਬਿਰਧ ਫੁਨ, ਤੀਨ ਅਵਸਥਾ ਜਾਨ। ਇਹਨਾਂ ਤਿੰਨਾਂ ਅਵਸਥਾ 'ਚ ਮਨੁੱਖ ਆਉਂਦਾ ਹੈ। ਕਹੋ ਨਾਨਕ ਹਰਿ ਭਜਨ ਬਿਨ, ਬਿਰਥਾ ਸਭ ਹੀ ਮਾਨ। ਭਜਨ ਤੋਂ ਬਿਨਾਂ ਸਾਰਾ ਮਾਨ ਬਿਰਥਾ ਹੈ। ਸਾਧ ਸੰਗਤ ਮਨੁੱਖ ਭਜਨ ਨਹੀਂ ਕਰਦਾ, ਬਚਪਨ ਲੰਘ ਜਾਂਦਾ ਹੈ, ਉਹਦੇ ਵਿੱਚ ਕੋਈ ਧਿਆਨ ਨਹੀਂ ਹੁੰਦਾ, ਖਿਆਲ ਨਹੀਂ ਹੁੰਦਾ, ਉਹਦੇ ਵਿੱਚ ਕੋਈ ਸੋਝੀ ਨਹੀਂ ਹੁੰਦੀ। ਹੁਣ ਬੱਚੇ ਨੂੰ ਖਿਡੌਣਿਆਂ ਤੋਂ ਇਲਾਵਾ ਹੋਰ ਕਿਸੇ ਗੱਲ ਦੀ ਸੋਝੀ ਥੋੜ੍ਹੀ ਹੈ। ਉਹਨੂੰ ਕੀ ਪਤਾ ਜਪ ਕੀ ਹੈ, ਤਪ ਕੀ ਹੈ, ਬੰਦਗੀ ਕੀ ਹੈ, ਨਾਮ ਕੀ ਹੈ, ਨਹੀਂ ਪਤਾ। ਬੱਚੇ ਨੂੰ ਇਸ ਗੱਲ ਦੀ ਸਮਝ ਨਹੀਂ ਹੁੰਦੀ। ਤੇ ਜਦੋਂ ਮਨੁੱਖ ਜਵਾਨ ਹੁੰਦਾ ਹੈ ਤੇ ਜਵਾਨੀ ਦੇ ਵਿੱਚ ਵਿਕਾਰ ਆਣ ਕੇ ਘੇਰ ਲੈਂਦੇ ਆ। ਛੇਵੇਂ ਕਾਮ ਨਾ ਪੁੱਛਿਆ ਜਾਤ, ਫਿਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਣ ਕੇ ਘੇਰ ਲੈਂਦੇ ਆ। ਫਿਰ ਭਜਨ ਬੰਦਗੀ ਵੱਲ ਤੁਰਦਾ ਹੀ ਨਹੀਂ। ਇਹ ਤਾਂ ਬੜੀ ਕਿਰਪਾ ਅਕਾਲ ਪੁਰਖ ਦੀ ਜਿਨ੍ਹਾਂ ਤੇ ਹੋ ਜਾਂਦੀ ਹੈ। ਜਿਨ੍ਹਾਂ ਨੂੰ ਬਚਪਨ 'ਚ ਰੰਗ ਲੱਗ ਜਾਂਦਾ ਹੈ ਤੇ ਫਿਰ ਉਹਨਾਂ ਨੂੰ ਬੁਢੇਪਾ ਵੀ ਉਹਨਾਂ ਦਾ ਸੁਹਾਵਣਾ ਹੋ ਜਾਂਦਾ। ਤੇ ਸਤਿਗੁਰੂ ਬਖਸ਼ਿਸ਼ ਕਰਦੇ। ਮਹਾਰਾਜ ਕਹਿੰਦੇ ਬਾਲ ਜਵਾਨੀ ਅਰ ਬਿਰਧ, ਤੇ ਜਦੋਂ ਬੁਢੇਪਾ ਆਉਂਦਾ ਹੈ, ਬਿਰਧ ਅਵਸਥਾ ਹੁੰਦੀ ਹੈ, ਉਦੋਂ ਤੇ ਉਂਝ ਹੀ ਨਹੀਂ ਫਿਰ ਪਰਮੇਸ਼ਰ ਦਾ ਭਜਨ ਹੁੰਦਾ। ਰੂਹ ਦਾ ਕੰਠ ਸ਼ਬਦ ਨਹੀਂ ਉਚਰਿਆ, ਅਬ ਕਿਆ ਕਰੇ ਪ੍ਰਾਨੀ। ਜਦੋਂ ਰੇਸ਼ਾ ਜੰਮ ਗਿਆ ਗਲੇ ਦੇ ਵਿੱਚ, ਫਿਰ ਕਿੱਥੋਂ ਭਜਨ ਹੋਣਾ? ਨਹੀਂ ਹੋਣਾ। ਮਹਾਰਾਜ ਕਹਿੰਦੇ ਇਸੇ ਕਰਕੇ ਕਰ ਲੈ ਉਹਦਾ ਭਜਨ। ਤੇ ਇੱਥੇ ਨਿਰਾਸ਼ਤਾ ਵਾਲੀ ਵੀ ਕੋਈ ਗੱਲ ਨਹੀਂ ਹੈ ਸਾਧ ਸੰਗਤ। ਜੇ
ਬਚਪਨ 'ਚ ਨਹੀਂ ਸਿਮਰਨ ਕੀਤਾ ਗਿਆ, ਜਵਾਨੀ 'ਚ ਕਰ ਲਿਆ ਜਾਵੇ। ਪਰ ਜੇ ਜਵਾਨੀ 'ਚ ਨਹੀਂ ਕੀਤਾ, ਬੁਢੇਪੇ 'ਚ ਕਰ ਲਿਆ ਜਾਵੇ। ਜਿੰਨਾ ਚਿਰ ਤੇਰੇ ਕੋਲ ਅਖੀਰਲਾ ਸਵਾਸ ਹੈ ਨਾ, ਤਾਂ ਵੀ ਭਜਨ ਕਰ ਸਕਦਾ। ਅਜਾਮਲ ਪਾਪੀ ਜਗ ਜਾਣੈ, ਨਿਮਕ ਮਾਹੇ ਨਿਸਤਾਰਾ। ਧੰਨ ਗੁਰੂ ਤੇਗ ਬਹਾਦਰ ਜੀ ਕਹਿੰਦੇ। ਮਹਾਰਾਜ ਕਹਿੰਦੇ ਕਿ ਨਿਮਕ 'ਚ ਆਖਰੀ ਸਮਾਂ ਆ ਗਿਆ। ਨਾਰਾਇਣ 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 ਆਪਣੇ ਪੁੱਤਰ ਨੂੰ ਆਵਾਜ਼ ਮਾਰਦਾ ਮਾਰਦਾ ਜਿਹੜਾ ਹੈ ਉਹ ਸੱਚਖੰਡ ਨੂੰ ਚਲਾ ਗਿਆ, ਅਖੀਰਲੇ ਸਵਾਸ ਵੇਲੇ ਵੀ। ਸਤਿਗੁਰ ਕਹਿੰਦੇ ਨਿਰਾਸ਼ ਨਾ ਹੋ, ਠੀਕ ਹੈ ਜੇ ਤੇਰੇ ਤੇ ਜਵਾਨੀ ਹੈ, ਤੂੰ ਨਹੀਂ ਭਜਨ ਕੀਤਾ, ਜੇ ਬੁਢੇਪਾ ਹੈ ਕੋਈ ਭਜਨ ਨਹੀਂ ਕੀਤਾ, ਪਰ ਫਿਰ ਵੀ ਅਖੀਰਲੇ ਸਮੇਂ 'ਚ ਵੀ ਭਜ ਲਾ। ਇੱਥੇ ਉਮਰ ਦੀ ਗੱਲ ਨਹੀਂ, ਇੱਥੇ ਉਮਰ ਦੀ ਗੱਲ ਨਹੀਂ ਹੈ। ਇੱਥੇ ਤੇ ਗੁਰਮੁਖ ਬੁੱਢੇ ਕਦੇ ਨਾ ਹੀ, ਜਿਨ੍ਹਾਂ ਅੰਤਰ ਸੁਰਤ ਗਿਆਨ। ਇੱਥੇ ਤੇ ਸਤਿਗੁਰਾਂ ਨੇ ਇਹ ਗੱਲ ਕੀਤੀ ਹੈ। ਸਤਿਗੁਰ ਕਹਿੰਦੇ ਤਿੰਨ ਅਵਸਥਾ ਹਨ ਜੀਵਨ ਦੀਆਂ। ਬਾਲ ਅਵਸਥਾ ਦੇ ਵਿੱਚ ਮਨੁੱਖ ਭਜਨ ਨਹੀਂ ਕਰਦਾ, ਉਹਨੂੰ ਕੋਈ ਸੋਝੀ ਨਹੀਂ ਹੁੰਦੀ। ਜਵਾਨੀ ਦੇ ਵਿੱਚ ਭਜਨ ਨਹੀਂ ਕਰਦਾ, ਵਿਕਾਰ ਜਿਹੜੇ ਉਹ ਆਣ ਕੇ ਫੜ ਲੈਂਦੇ ਆ, ਤੇ ਫਿਰ ਬੁਢੇਪੇ ਦੇ ਵਿੱਚ ਭਜਨ ਹੁੰਦਾ ਹੀ ਨਹੀਂ ਹੈ। ਕਿਉਂਕਿ ਬੁਢੇਪੇ ਦਾ ਹੰਕਾਰ ਵੀ ਬੜਾ ਵੱਡਾ ਹੁੰਦਾ ਹੈ। ਸਾਧ ਸੰਗਤ, ਬੁਢੇਪੇ 'ਚ ਹੰਕਾਰ ਬੜਾ ਵੱਡਾ ਹੁੰਦਾ। ਬੁਢੇਪੇ 'ਚ ਕਾਹਦਾ ਹੰਕਾਰ ਹੁੰਦਾ ਹੈ? ਕਿ ਮੈਂ ਜੀਵਨ ਨੂੰ ਵੱਧ ਜੀਆ, ਇਹ ਹੰਕਾਰ ਹੁੰਦਾ ਹੈ ਮਨੁੱਖ ਨੂੰ। ਦੂਸਰੇ ਮੇਰੇ ਨਾਲ ਛੋਟੇ ਆ ਤੇ ਮੈਨੂੰ ਸੰਸਾਰ ਦੀ ਵੱਧ ਸੋਝੀ ਹੈ। ਇਸੇ ਕਰਕੇ ਬੰਦਾ ਮੰਜੇ ਤੇ ਬੈਠਾ ਹੁੰਦਾ, ਧੀਆਂ ਪੁੱਤਰ ਸਾਹਮਣੇ ਕੰਮ ਕਰਦੇ ਹੁੰਦੇ ਆ, ਉਹਨਾਂ ਨੂੰ ਗੁੱਸੇ ਹੋਈ ਜਾਂਦਾ ਰਹਿੰਦਾ, ਤੁਸੀਂ ਉਹ ਨਹੀਂ ਕਰਦੇ, ਤੁਸੀਂ ਉਹਦੇ ਭਾਣੇ ਮੈਨੂੰ, ਮੈਂ ਵੱਧ ਸਿਆਣਾ ਇਹਨਾਂ ਤੋਂ। ਇਹ ਹੰਕਾਰ ਹੁੰਦਾ ਅੰਦਰ। ਇਸੇ ਕਰਕੇ ਸਤਿਗੁਰੂ ਕਹਿੰਦੇ ਆ, ਮਹਾਰਾਜ ਕਹਿੰਦੇ ਕਿ ਇਹ ਤਿੰਨ ਅਵਸਥਾ ਜੀਵਨ ਦੀਆਂ ਹਨ, ਜਿਨ੍ਹਾਂ ਵਿੱਚੋਂ ਮਨੁੱਖ ਲੰਘਦਾ ਹੈ। ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਇਹ ਕਾਹਦਾ ਮਾਨ ਹੈ? ਜਵਾਨੀ ਦਾ ਮਾਨ ਜਾਂ ਬੁਢੇਪੇ ਦਾ ਮਾਨ? ਇੱਕ ਸ਼ਾਇਰ ਨੇ ਬੜਾ ਪਿਆਰਾ ਕਿਹਾ, ਉਹਨੇ ਕਿਹਾ ਕਿ ਹੈ ਖੁਦਾ ਤੇਰੀ ਇਹ ਸੰਸਾਰ, ਕਹਿੰਦਾ ਹੈ ਕਿ ਐ ਖੁਦਾ तेरी मैं दुनिया देखी, इस दुनिया में हर चीज आनी जानी देखी, जो आके ना जाए वो बुढ़ेपा देखा, जो जाके ना आए वो जवानी देखी। कहता जेड़ा आ जाके आ जावे एक वारी, हुण बुढ़ेपा आया है, इन्हें जाना थोड़ी, इस तो बाद ते मौत ही है। ਜਿਹੜੀ जवानी चलेगी उदों बाद उन्हें वापस नहीं आना। कहता है इस दुनिया में हर चीज आनी जानी देखी, जो आके ना जाए वो बुढ़ेपा देखा, ते जो जाके ना आए वो जवानी देखी। क्योंकि जवानी एक वारी चले जे, काहदा माण है? मारे कहते जवानी ਦਾ ਮਾਣ, ਸਿਆਣਪ ਦਾ ਮਾਣ। ਮਾਰੇ ਕਹਿੰਦੇ ਇਹ ਸਾਰਾ ਮਾਣ ਜਿਹੜਾ ਛੁੱਟ ਜਾਣਾ ਹੈ। ਬਿਰਥਾ ਸਭ ਹੀ ਮਾਨ, ਕਹੋ ਨਾਨਕ ਬਿਨ ਹਰ ਭਜਨ। ਬਿਨਾਂ ਉਸ ਹਰੀ ਦੇ ਵਾਹਿਗੁਰੂ ਦੇ ਭਜਨ ਤੋਂ ਬਿਨਾਂ ਇਹ ਮਾਨ ਬਿਰਥਾ ਹੈ। ਕਰਨੋ ਤੋ ਸੋ ਨਾ ਕੀਓ, ਪਰਿਓ ਲੋਭ ਕੈ ਫੰਦ। ਨਾਨਕ ਸਮਿਓ ਰਮ ਗਇਓ, ਅਬ ਕਿਉਂ ਰੋਵਤ ਅੰਧ। ਜੋ ਕਰਨਾ ਸੀ ਉਹ ਸੀ ਕਰ ਨਹੀਂ ਰਹੇ। ਕਰਨੋ ਹੁਤੋ ਸੋ ਨਾ ਕੀਓ, ਜੋ ਕਰਨਾ ਸੀ ਉਹ ਕਰ ਨਹੀਂ ਰਹੇ। ਪਰ ਇਹ ਲੋਭ ਕੈ ਫੰਦ, ਤੇ ਲੋਭ ਦੇ ਵਿੱਚ ਫਸੇ ਹੋਏ ਆ। ਸੰਸਾਰ ਦਾ ਮਨੁੱਖ ਉਹੀ ਕੰਮ ਜਿਹੜਾ ਜ਼ਰੂਰੀ ਹੁੰਦਾ ਉਹੀ ਕਰਦਾ ਹੈ। ਹੁਣ ਕੋਈ ਸਾਧ ਸੰਗਤ ਕੋਈ ਕਰਿਆਨੇ ਦੀ ਦੁਕਾਨ ਚਲਾ ਰਿਹਾ ਤੇ ਕੋਈ ਆਫਿਸ ਚੋਂ ਬੈਠਾ ਕੇ ਥੋੜੀ ਉਹਦੇ ਕੋਲ ਬਹਿ ਜਾਏਗਾ ਮੈਂ ਕਰਿਆਨੇ ਦੀ ਦੁਕਾਨ ਚਲਾਉਣਾ। ਜਿਹੜਾ ਕੰਮ ਉਹਦਾ ਉਹਨੇ ਕਰਨਾ। ਜਿਹੜਾ ਕੰਮ ਸਾਡੇ ਲਈ ਜ਼ਰੂਰੀ ਅਸੀਂ ਉਹੀ ਕਰਦੇ ਹਾਂ। ਸਾਡੇ ਲਈ ਨੌਕਰੀਆਂ ਵੀ ਜ਼ਰੂਰੀ ਹੈ, ਪਰਿਵਾਰ ਪਾਲਣਾ ਵੀ ਜ਼ਰੂਰੀ ਹੈ। ਇਹ ਜ਼ਰੂਰੀ ਕਾਰਜ ਹਨ, ਅਸੀਂ ਕਰਦੇ ਹਾਂ, ਸਾਰੇ ਕਰਦੇ। ਤੇ ਸਤਿਗੁਰੂ ਕਹਿੰਦੇ ਇੱਕ ਹੋਰ ਕੰਮ ਕਰਨਾ ਸੀ, ਉਹਦੀ ਬੰਦਗੀ ਕਰਨੀ ਸੀ, ਨਾਮ ਜਪਣਾ ਸੀ, ਉਹ ਕੀਤਾ ਹੀ ਨਹੀਂ। ਸੁਖਨੀ ਸਾਹਿਬ ਪੜ੍ਹਨਾ ਸੀ, ਜਪਜੀ ਸਾਹਿਬ ਪੜ੍ਹਨਾ ਸੀ, ਸਹਿਜ ਪਾਠ ਕਰਨਾ ਸੀ, ਸਵੇਰ ਸ਼ਾਮ ਦਾ ਨਿਤਨੇਮ ਕਰਨਾ ਸੀ, ਉਹ ਨਹੀਂ ਕੀਤਾ। ਕਿਉਂ ਨਹੀਂ ਕੀਤਾ? ਕਿਉਂਕਿ ਉਹਨੂੰ ਜ਼ਰੂਰੀ ਨਹੀਂ ਸਮਝਿਆ। ਕਰਨ ਹੁਤੋ ਸੋ ਨਾ ਕੀਓ, ਜ਼ਰੂਰੀ ਸਮਝ ਲਿਆ, ਪਰਿਵਾਰ ਜ਼ਰੂਰੀ ਸਮਝ ਲਿਆ, ਉਹਨੂੰ ਪਾਲਣਾ ਜ਼ਰੂਰੀ ਸਮਝ ਲਿਆ। ਇਹ ਸੋਚਿਆ ਨਹੀਂ ਕਿ ਪਰਿਵਾਰ ਨੂੰ ਨਾਮ ਦੀ ਦਾਤ ਵੀ ਬਖਸ਼ਿਸ਼ ਕਰਾਉਣੀ, ਪਰਿਵਾਰ ਨੂੰ ਭਜਨ ਵੀ ਦੇਣਾ ਹੈ, ਬੰਦਗੀ ਵੀ ਦੇਣੀ ਹੈ। ਇਹ ਸੋਚਿਆ ਹੀ ਨਹੀਂ। ਕਿਉਂਕਿ ਮਹਾਰਾਜ ਕਹਿੰਦੇ ਕਰਨ ਹੁਤੋ, ਇਹ ਕਰਨ ਵਾਲਾ ਕੰਮ ਸੀ, ਪਰਮੇਸ਼ਰ ਦਾ ਭਜਨ ਕਰਨ ਵਾਲਾ ਸੀ, ਉਹ ਕੀਤਾ ਹੀ ਨਹੀਂ। ਤੇ ਪਰਿਓ ਲੋਭ ਕੈ ਫੰਦ, ਲੋਭ ਕਰਕੇ ਮਨੁੱਖ ਭੱਜਾ ਫਿਰਦਾ ਰਹਿੰਦਾ ਹੈ, ਕਿਤੇ ਉੱਧਰ ਫਸਿਆ ਪਿਆ ਹੈ ਮੋਹ ਲੋਭ ਦੇ ਵਿੱਚ। ਤੇ ਸਤਿਗੁਰੂ ਕਹਿੰਦੇ ਨਾਨਕ ਸਮਿਓ ਰਮ ਗਇਓ, ਅਬ ਕਿਉਂ ਰੋਵਤ ਅੰਧ। ਜਦੋਂ ਤੂੰ ਇਸ ਸੰਸਾਰ ਤੋਂ ਚਲਾ ਗਿਆ, ਨਾਨਕ ਸਮਿਓ ਰਮ ਗਇਓ, ਅਬ ਕਿਉਂ ਰੋਵਤ ਅੰਧ। ਹੁਣ ਕਿਉਂ ਰੋਣਾ ਹੈ? ਜਦੋਂ ਸਮਾਂ ਸੀ ਜੋ ਕਰਨਾ ਸੀ ਉਦੋਂ ਕੀਤਾ ਨਹੀਂ, ਤੇ ਜਦੋਂ ਮੌਤ ਆਉਣ ਵਾਲੀ ਹੈ ਨੇੜੇ, ਉਦੋਂ ਹਾਏ ਹਾਏ ਕਰਦਾ ਹੈ ਕਿ ਮੈਂ ਤੇ ਭਜਨ ਹੀ ਨਹੀਂ ਕੀਤਾ। ਉਦੋਂ ਮਨੁੱਖ ਬੜੇ ਰੋਂਦੇ ਆ ਚਿੰਤਾ ਦੇ ਵਿੱਚ। ਤੇ
ਬੜੀ ਬਖਸ਼ਿਸ਼ ਹੈ ਪਰਮੇਸ਼ਰ ਅਕਾਲ ਪੁਰਖ ਦੀ, ਜਿਨ੍ਹਾਂ ਨੂੰ ਬੰਦਗੀ ਪ੍ਰਾਪਤ ਹੋ ਜਾਂਦੀ ਹੈ। ਨਹੀਂ ਤੇ ਲੋਕ ਰੋਂਦੇ ਜਾਂਦੇ ਸੰਸਾਰ ਤੋਂ, ਕਿਉਂਕਿ ਕਿਸੇ ਨੂੰ ਕਿਸੇ ਤਰ੍ਹਾਂ ਦਾ ਰੋਗ ਚਿੰਬੜਿਆ, ਕਿਸੇ ਨੂੰ ਕਿਸੇ ਤਰ੍ਹਾਂ ਦਾ। ਅੱਜ ਕੱਲ੍ਹ ਤੇ ਰੋਗ ਹੀ ਬੜੇ ਆ। ਸਤਿਗੁਰੂ ਕਹਿੰਦੇ ਜੋ ਕਰਨਾ ਸੀ ਉਹ ਕੀਤਾ ਨਹੀਂ, ਬੰਦਗੀ ਕਰਨੀ ਸੀ, ਨਾਮ ਜਪਣਾ ਸੀ, ਉਹਨੂੰ ਆਪਣਾ ਕਰਕੇ ਨਹੀਂ ਜਾਣਿਆ। ਆਪਣਤ ਬੜੀ ਜ਼ਰੂਰੀ ਹੈ। ਬਾਣੀ ਸਤਿਗੁਰਾਂ ਦੀ ਤੇ ਸਤਿਗੁਰੂ ਮੇਰੇ ਹਨ, ਜਦੋਂ ਇਹ ਗੱਲ ਮਨ ਚ ਆ ਜਾਏਗੀ, ਫਿਰ ਆਪਣੇ ਆਪ ਭਜਨ ਬੰਦਗੀ ਹੋ ਜਾਏਗੀ। ਪਰਿਵਾਰ ਆਪਣਾ ਹੈ ਨਾ, ਉਹਦੇ ਕਰਕੇ ਲੋਭ ਕਰ ਲਿਆ, ਪਰ ਪਰਮੇਸ਼ਰ ਨੂੰ ਆਪਣਾ ਕਰਕੇ ਨਹੀਂ ਜਾਣਿਆ। ਸਤਿਗੁਰ ਕਹਿੰਦੇ ਆ, ਕਬੀਰ ਸਾਹਿਬ ਕਹਿੰਦੇ, ਜਬ ਹਮ ਰਾਮ ਆਪਣਾ ਕਰ ਮਾਨਿਆ। ਆਪਣਾ ਕਰਕੇ ਮੰਨਣਾ ਹੈ। ਸੁਖਨੀ ਸਾਹਿਬ ਪੜ੍ਹਦੇ ਆ, ਆਪਣੇ ਕਰਕੇ ਪੜ੍ਹਨਾ ਹੈ, ਤੇ ਆਪਣੇ ਵਾਸਤੇ ਕੁਝ ਨਹੀਂ ਕੀਤਾ। ਕਰਨੋ ਹੁਤੋ ਸੋ ਨਾ ਕੀਓ, ਪਰਿਓ ਲੋਭ ਕੈ ਫੰਦ। ਸਤਿਗੁਰੂ ਕਹਿੰਦੇ, ਨਾਨਕ ਸਮਿਓ ਰਮ ਗਏ, ਅਬ ਕਿਉ ਰੋਵਤ। ਹੁਣ ਕਿਉਂ ਰੋਣਾ ਹੈ? ਹੁਣ ਰੋ ਨਾ, ਹੁਣ ਤੇ ਬਸ ਸਮਾਂ ਲੰਘ ਗਿਆ। ਮਨ ਮਾਇਆ ਮੈਂ ਰਮ ਰਹਿਓ, ਨਿਕਸਤ ਨਾਹਿ ਨ ਮੀਤ। ਨਾਨਕ ਮੂਰਤ ਚਿਤਰ ਜਿਉ, ਛਾੜਤ ਨਾਹਿ ਨ ਪੀਤ। ਸਾਧ ਸੰਗਤ, ਬੜੀ ਸੁੰਦਰ ਉਦਾਹਰਨ ਮਹਾਰਾਜ ਨੇ ਦਿੱਤੀ। ਹੁਣ ਕਿਸੇ ਕੰਧ ਦੇ ਉੱਤੇ, ਦੀਵਾਰ ਦੇ ਉੱਤੇ ਕੋਈ ਫੋਟੋ ਟੰਗੀ ਹੋਵੇ, ਤੇ ਉਸ ਫੋਟੋ ਨੂੰ, ਉਸ ਤਸਵੀਰ ਨੂੰ ਆਪਾਂ ਲਾ ਲਈਏ ਕੰਧ ਨੂੰ, ਕੋਈ ਫਰਕ ਪਵੇਗਾ? ਬਿਲਕੁਲ ਫਰਕ ਨਹੀਂ ਪਵੇਗਾ। ਤੇ ਜੇ ਉਸੇ ਹੀ ਕੰਧ ਦੇ ਉੱਤੇ ਕੋਈ ਚਿੱਤਰ ਬਣਿਆ ਹੋਵੇ, ਕੋਈ ਤਸਵੀਰ ਬਣੀ ਹੋਵੇ, ਤੇ ਜੇ ਉਹਨੂੰ ਉਖਾੜਨ ਦਾ ਯਤਨ ਕਰਾਂਗੇ, ਤੇ ਕੀ ਹੋਵੇਗਾ? ਕੰਧ ਵੀ ਨਾਲ ਢਾਉਣੀ ਪਵੇਗੀ। ਤੇ ਸਤਿਗੁਰਾਂ ਨੇ ਇਹ ਉਦਾਹਰਨ ਦੇ ਕੇ ਸਮਝਾਇਆ ਕਿ ਮਨ ਮਨੁੱਖ ਦਾ ਮਾਇਆ ਦੇ ਵਿੱਚ ਇਸ ਤਰ੍ਹਾਂ ਰਮਿਆ ਪਿਆ ਹੈ। ਗੁਰਮੁਖ ਮਾਇਆ ਵਰਤਦੇ ਨੇ ਜਿਵੇਂ ਕੰਧ ਤੇ ਤਸਵੀਰ ਟੰਗੀ ਹੁੰਦੀ ਹੈ। ਵਰਤ ਲਈ ਜਿੰਨੀ ਲੋੜ ਹੈ, ਕਾਰ ਵਿਹਾਰ ਵੀ ਕਰ ਲਏ, ਸਾਰਾ ਕੁਝ ਕਰ ਲਿਆ, ਵਰਤਦੇ ਆ ਉਹ ਵੀ। ਪਰ ਜਿਹੜੇ ਹੁੰਦੇ ਆ ਨਾ ਮਨਮੁਖ, ਉਹ ਜਿਵੇਂ ਚਿੱਤਰ ਹੁੰਦਾ ਹੈ ਨਾ ਉਹਦੇ ਉੱਤੇ, ਕੰਧ ਦੇ ਉੱਤੇ, ਇਸ ਤਰ੍ਹਾਂ ਮਾਇਆ ਦੇ ਨਾਲ ਜੁੜ ਜਾਂਦੇ ਆ। ਫਿਰ ਫਰਕ ਪੈਂਦਾ ਜਦੋਂ ਮਾਇਆ ਛੁੱਟਦੀ ਹੈ। ਜਿਵੇਂ ਕੰਧ ਨੂੰ ਫਰਕ ਪਵੇਗਾ, ਤਸਵੀਰ ਉਤਾਰਿਆ, ਚਿੱਤਰ ਉਤਾਰਿਆ। ਇਸੇ ਤਰ੍ਹਾਂ ਮਹਾਰਾਜ ਕਹਿੰਦੇ, ਮਨ ਮਾਇਆ ਮੈਂ ਰਮ ਰਹਿਓ। ਰਮਿਆ ਪਿਆ ਹੈ। ਰਮਨ ਦਾ ਅਰਥ ਹੁੰਦਾ ਹੈ ਜਿਵੇਂ ਬਿਲਕੁਲ ਹੀ ਜੁੜ ਜਾਣਾ। ਜਿਵੇਂ ਪਾਣੀ ਦੀ ਬੂੰਦ ਪਾਣੀ 'ਚ ਡਿੱਗ ਜਾਵੇ, ਰਮ ਗਈ ਹੈ, ਉਹਦੇ ਵਿੱਚ ਹੀ ਜੁੜ ਗਈ। ਸਤਿਗੁਰ ਕਹਿੰਦੇ, ਮਨ ਮਾਇਆ ਮੈਂ ਰਮ ਰਹਿਓ, ਨਿਕਸਤ ਨਾਹਿ ਨ ਮੀਤ। ਇਹ ਮਿੱਤਰ, ਤੂੰ ਕਿਉਂ ਨਹੀਂ ਨਿਕਲਦਾ? ਕਿਉਂ ਨਹੀਂ ਇਸ ਮਾਇਆ ਚੋਂ ਨਿਕਲਦਾ? ਨਹੀਂ ਨਿਕਲਦਾ ਪਿਆ, ਬਿਲਕੁਲ ਜੁੜਿਆ ਪਿਆ ਹੈ ਮਾਇਆ ਦੇ ਨਾਲ। ਨਾਨਕ ਮੂਰਤ ਚਿੱਤਰ ਜਿਉ, ਛਾੜਤ ਨਾਹਿ ਨ ਭੀਤ। ਮਹਾਰਾਜ ਕਿਵੇਂ? ਤੇ ਸਤਿਗੁਰ ਕਹਿੰਦੇ, ਇਸ ਤਰ੍ਹਾਂ ਜੁੜਿਆ ਪਿਆ ਜਿਵੇਂ ਕਿਸੇ ਕੰਧ ਦੇ ਉੱਤੇ ਚਿੱਤਰ ਬਣਿਆ ਹੋਵੇ, ਤੇ ਉਹ ਚਿੱਤਰ ਤੇ ਕੰਧ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ, ਬਿਲਕੁਲ ਨਾਲ ਹੀ ਲੱਗਾ ਹੁੰਦਾ ਹੈ। ਤੇ ਜੇ ਚਿੱਤਰ ਨੂੰ ਹਟਾਈਏ ਤੇ ਕੰਧ ਨੂੰ ਵੀ ਦੁੱਖ ਹੁੰਦਾ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ, ਜਦੋਂ ਮਾਇਆ ਛੁੱਟਦੀ ਹੈ ਤੇ ਮਨੁੱਖ ਨੂੰ ਵੀ ਦੁੱਖ ਹੁੰਦਾ। ਹੁਣ ਜਦੋਂ ਮਨੁੱਖ ਨੇ ਜਾਣਾ ਹੈ ਕਿਤੇ, ਬੈਂਕ ਬੈਲੈਂਸ ਨੇ ਥੋੜ੍ਹੀ ਰੋਣਾ, ਕਾਰਾਂ ਨੇ ਥੋੜ੍ਹੀ ਰੋਣਾ, ਕੋਠੀਆਂ ਨੇ ਥੋੜ੍ਹੀ ਰੋਣਾ, ਕੰਧਾਂ ਨੇ ਥੋੜ੍ਹੀ ਰੋਣਾ, ਕਿਸੇ ਨੇ ਨਹੀਂ ਰੋਣਾ। ਤੇ ਮਹਾਰਾਜ ਕਹਿੰਦੇ, ਤਾਂ ਵੀ ਮਾਇਆ ਦੇ ਨਾਲ ਜੁੜਿਆ ਪਿਆ। ਮਨ ਮਾਇਆ ਮੈਂ ਰਮ ਰਹਿਓ। ਰਮਿਆ ਪਿਆ ਹੈ। ਰਮਣਾ ਹੈ ਪਰਮੇਸ਼ਰ ਦੇ ਨਾਲ, ਉਸ ਵਾਹਿਗੁਰੂ ਦੇ ਨਾਲ, ਉਸ ਅਕਾਲ ਪੁਰਖ ਦੇ ਨਾਲ। ਤੇ ਰਮਿਆ ਕਿਹਦੇ ਨਾਲ ਹੈ? ਮਾਇਆ ਦੇ ਨਾਲ। ਸਤਿਗੁਰੂ ਕਹਿੰਦੇ, ਇਵੇਂ ਇਹਦਾ ਜੀਵਨ ਬਤੀਤ ਹੋ ਰਿਹਾ, ਜਿਵੇਂ ਕੰਧ ਦੇ ਉੱਤੇ ਮੂਰਤ ਬਣੀ ਹੋਵੇ, ਚਿੱਤਰ ਬਣਿਆ ਹੋਵੇ। ਉਵੇਂ ਮਨੁੱਖ ਜਿਹੜਾ ਮਾਇਆ ਦੇ ਨਾਲ ਜੁੜਿਆ ਹੈ। ਨਰ ਚਾਹਤ ਕਛ ਔਰੈ ਕੀ ਔਰੈ ਭਈ, ਚਿਤਵਤ ਰਹਿਓ ਠਗਾਰ। ਨਾਨਕ ਫਾਸੀ ਗਲ ਪਰੀ। ਮਨੁੱਖ ਚਾਹੁੰਦਾ ਕੁਛ ਹੈ ਤੇ ਹੋ ਕੁਛ ਹੋ ਜਾਂਦਾ। ਦੁੱਖਾਂ ਦਾ ਕਾਰਨ ਇੱਕ ਇਹ ਵੀ ਹੈ ਸਾਧ ਸੰਗਤ, ਚਾਹੁੰਦੇ ਕੁਛ ਹੋਰ ਆ ਤੇ ਹੋ ਕੁਛ ਹੋਰ ਜਾਂਦਾ ਹੈ। ਤੇ ਫਿਰ ਉਹ ਲਾਮੇ ਦਿੰਦੇ ਆ ਕਿ ਇਹ ਮੇਰੇ ਨਾਲ ਹੋਇਆ ਕਿਉਂ? ਇਹ ਤਾਂ ਪਰਮੇਸ਼ਰ ਜਾਣਦਾ ਨਾ। ਅਸੀਂ ਅਸਲ 'ਚ ਕੀ ਆ ਕਿ ਉਸ ਵਾਹਿਗੁਰੂ ਦਾ ਜਿਹੜਾ ਮਹਿਕਮਾ ਨਾ, ਨੂੰ ਆਪਣੇ ਅੰਦਰ ਕਰਨਾ ਚਾਹੁੰਦੇ ਆ। ਉਸ ਪਰਮੇਸ਼ਰ ਦਾ ਜਿਹੜਾ ਮਹਿਕਮਾ ਹੈ, ਹੁਣ ਜਿਹਦਾ ਕੰਮ ਹੈ ਉਹਨੂੰ ਕਰ ਲੈਣ ਦਿਓ। ਉਹਨੇ ਦੇਣਾ ਹੈ, ਕੀ ਦੇਣਾ ਹੈ, ਇਹ ਤੇ ਉਹਦੀ ਮਰਜ਼ੀ ਹੈ ਨਾ, ਉਸ ਵਾਹਿਗੁਰੂ ਦੀ ਮਰਜ਼ੀ ਹੈ। ਪਰ ਅਸੀਂ ਚਾਹੁੰਦੇ ਹਾਂ ਕਿ ਜੋ ਮੈਂ ਚਾਹੁੰਦਾ ਉਸੇ ਤਰ੍ਹਾਂ ਹੋਵੇ। ਜੇ ਮੈਂ ਚਾਹੁੰਦਾ ਇਹ ਪਦਾਰਥ ਚਾਹੀਦਾ ਤੇ ਮੈਨੂੰ ਚਾਹੀਦਾ ਹੈ ਬਸ। ਇਹ ਉਹਦੇ ਵਾਸਤੇ ਕਈ ਤੇ ਮਾਲਾ ਵੀ ਜਪਦੇ ਆ ਕਿ ਮੈਨੂੰ ਉਹ ਪ੍ਰਾਪਤ ਹੋ ਜੇ। ਤੇ ਮੈਂ ਫਿਰ ਅਰਦਾਸਾਂ ਵੀ ਕਰਦੇ ਆ। ਜਦੋਂ ਨਹੀਂ ਪ੍ਰਾਪਤ ਹੁੰਦਾ, ਜਦੋਂ ਅਰਦਾਸ ਵੀ ਪੂਰੀ ਨਹੀਂ ਹੁੰਦੀ, ਫਿਰ ਛੱਡ ਕੇ ਇਹ ਦਰ ਨੂੰ ਤੇ ਹੋਰ ਕਿਸੇ ਦਰ ਤੇ ਚਲੇ ਜਾਂਦੇ। ਨਰ ਚਾਹਤ ਕਛ ਔਰੇ ਕੀ ਔਰੇ ਭਈ। ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ, ਉਹ ਉਵੇਂ ਹੀ ਕਰਦਾ ਜਿਵੇਂ ਉਹਨੂੰ ਪਸੰਦ ਹੈ। ਮਨੁੱਖ ਦੇ ਮਨ ਦੇ ਨਾਲ ਇਹਦਾ ਕੋਈ ਸੰਬੰਧ ਨਹੀਂ ਹੈ। ਇਹ ਤਾਂ ਮਨੁੱਖ ਜਾਣ ਬੁੱਝ ਕੇ ਦੁਖੀ ਹੁੰਦਾ।
ਨਰ ਚਾਹਤ ਕਛ ਔਰ, ਚਾਹੁੰਦਾ ਸੀ ਭਜਨ ਕਰ ਲਾਂਗੇ, ਅਜੇ ਵਾਧੂ ਟਾਈਮ ਪਿਆ ਹੈ, ਬਚਪਨ ਹੈ, ਜਵਾਨੀ ਤੇ ਵਡੇਪੇ ਜਾ ਕੇ ਕਰ ਲਾਂਗੇ, ਵਾਧੂ ਸਮਾਂ ਪਿਆ ਹੈ। ਤੇ ਮਹਾਰਾਜ ਕਹਿੰਦੇ ਫਿਰ ਦਰਿਆਵੈ ਕੰਨੈ ਬਗੁਲਾ, ਬੈਠਾ ਕੇਲ ਕਰੇ। ਫਿਰ ਕੀ ਹੋਇਆ? ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ। ਪਤਾ ਨਹੀਂ, ਹੁਣ ਲਿਖਾ ਕੇ ਥੋੜੀ ਆਏ ਆ ਵੀ ਬਸ ਇੰਨੇ ਨੂੰ ਹੀ ਜਾਣਾ। ਹੁਣ ਕਿਸੇ ਕੋਲ ਲਿਖਿਆ ਥੋੜੀ ਪਿਆ ਹੈ, ਹਰ ਚੀਜ਼ ਦੀ ਐਕਸਪਾਇਰੀ ਡੇਟ ਹੁੰਦੀ, ਲਿਖੀ ਹੁੰਦੀ ਆ ਕਿ ਇੰਨੀ ਤਰੀਕ ਨੂੰ ਇਹ ਚੀਜ਼ ਐਕਸਪਾਇਰ ਹੋ ਜਾਣੀ। ਇਹਦਾ ਮਤਲਬ ਇਹ ਥੋੜੀ ਕਿ ਅਸੀਂ ਸਰੀਰ ਦੀ ਵੀ ਐਕਸਪਾਇਰੀ ਡੇਟ ਨਾਲ ਲੈ ਕੇ ਤੁਰੇ ਫਿਰਦੇ, ਨਹੀਂ ਲੈ ਕੇ ਤੁਰੇ ਫਿਰਦੇ, ਪਤਾ ਨਹੀਂ ਉਹਨੇ ਕਦੋਂ ਲੈ ਜਾਣਾ। ਸਤਿਗੁਰ ਕਹਿੰਦੇ ਕਿ ਨਰ ਚਾਹਤ ਕਛ ਔਰ, ਨਰ ਚਾਹੁੰਦਾ ਸੀ ਕਿ ਚਲੋ ਮਾਇਆ ਇਕੱਠੀ ਕਰ ਲਈਏ, ਧਨ ਦੌਲਤ ਇਕੱਠੀ ਕਰ ਲਈਏ, ਕੋਈ ਗੱਲ ਨਹੀਂ, ਭਜਨ ਕਰ ਲਾਂਗੇ, ਬੁਢੇਪਾ ਆਵੇਗਾ ਜਦੋਂ, ਸਮਾਂ ਆਵੇਗਾ, ਅਜੇ ਤੇ ਵਾਧੂ ਸਮਾਂ ਜਿਉਣਾ ਹੈ। ਤੇ ਕਈ ਐਸੇ ਹੁੰਦੇ ਸਾਧ ਸੰਗਤ, ਕਹਿੰਦੇ ਚਲੋ ਆ ਵਿਆਹ ਵੇਖ ਲਈਏ ਬੱਚਿਆਂ ਦਾ, ਸ਼ਰਾਬ ਸ਼ਰੂਬ ਪੀਣੀ ਹੈ, ਉਦੋਂ ਬਾਅਦ ਹੀ ਅੰਮ੍ਰਿਤ ਛਕ ਲਾਂਗੇ ਵਿਹਲੇ ਹੋ ਕੇ। ਤੇ ਕੀ ਪਤਾ ਤੈਨੂੰ ਵਿਆਹ ਵੇਖਣ ਵੀ ਦੇਣਾ ਕਿ ਨਹੀਂ ਉਹਨੇ, ਇਹ ਨਹੀਂ ਨਾ ਕਦੀ ਸੋਚਿਆ। ਤੇ ਸਤਿਗੁਰੂ ਮਹਾਰਾਜ ਕਹਿੰਦੇ ਕਿ ਇਹੀ ਗੱਲ ਹੈ, ਨਰ ਕੁਛ ਚਾਹੁੰਦਾ ਹੈ, ਹੋ ਕੁਛ ਹੋਰ ਜਾਂਦਾ। ਨਰ ਚਾਹਤ ਕਛ ਔਰੇ ਕੀ ਔਰੇ ਭਈ, ਔਰੇ ਕੀ ਔਰੇ ਹੋ ਜਾਂਦੀ, ਮਨੁੱਖ ਚਲਾ ਵੀ ਜਾਂਦਾ ਹੈ ਸੰਸਾਰ ਤੋਂ। ਚਿਤਵਤ ਰਹਿਓ ਠਗੌਰ, ਨਾਨਕ ਫਾਸੀ ਗਲ ਪਰੀ। ਚਿੱਤ ਦੇ ਵਿੱਚ ਇਹ ਸੋਚਦਾ ਰਹਿੰਦਾ, ਇੰਜ ਕਰਾਂਗੇ, ਚਿੱਤ ਰਹਿਓ ਠਗੌਰ, ਠੱਗਿਆ ਜਾਂਦਾ ਹੈ, ਨਾਨਕ ਫਾਸੀ ਗਲ ਪਰੀ, ਅੰਤਰੂ ਜਮਾਂ ਦੀ ਫਾਹੀ ਗਲ ਚ ਪੈ ਜਾਂਦੀ। ਉਹ ਬੜੀ ਸੋਹਣੀ ਉਦਾਹਰਨ ਦਿੰਦੇ ਹੁੰਦੇ ਸਨ। ਕਹਿੰਦੇ ਕਿ ਇੱਕ ਮਨੁੱਖ ਦਾ ਕਾਲ ਆ ਗਿਆ, ਬੜਾ ਧਨੀ ਸੀ, ਧਨ ਦੌਲਤ ਬਹੁਤ ਸੀ, ਮੌਤ ਆ ਗਈ, ਜਮ ਆ ਗਿਆ ਉਹਦੇ ਕੋਲ। ਕਹਿੰਦਾ ਭਾਈ ਤੈਨੂੰ ਚੱਲਣਾ ਪੈਣਾ। ਕਹਿੰਦਾ ਅੱਛਾ ਚੱਲਣਾ ਪੈਣਾ। ਕਹਿੰਦਾ ਲੈ ਕਮਾਲ ਹੋ ਗਈ। ਕਹਿੰਦਾ ਮੈਂ ਇੰਨੀ ਧਨ ਦੌਲਤ ਜੋੜੀ, ਲੋਕਾਂ ਦੇ ਕੋਲੋਂ ਇੰਨਾ ਕੁਝ ਇਕੱਠਾ ਕੀਤਾ, ਠੱਗੀਆਂ ਮਾਰ ਮਾਰ ਕੇ, ਤੇ ਹੁਣ ਤੇ ਮੈਂ ਖਰਚਣ ਦਾ ਵੇਲਾ ਸੀ, ਹੁਣ ਤੇ ਐਸ਼ ਲੈਣ ਦਾ ਵੇਲਾ ਸੀ, ਹੁਣ ਤੂੰ ਮੈਨੂੰ ਲੈਣ ਆ ਗਿਆ। ਕਹਿੰਦਾ ਇਹ ਤੇ ਭਾਈ ਤੈਨੂੰ ਜਾਣਾ ਪੈਣਾ, ਉਹ ਤੇ ਤੂੰ ਪਹਿਲੋਂ ਸੋਚਣਾ ਸੀ, ਬੰਦਗੀ ਪਹਿਲੋਂ ਕਰਨੀ ਸੀ। ਕਹਿੰਦਾ ਮੈਨੂੰ ਸਵਾਸ ਦੇ ਦੇ ਥੋੜੇ ਜਿਹੇ, ਮੈਂ ਥੋੜਾ ਹੋਰ ਜਿਉਣਾ ਚਾਹੁੰਦਾ। ਕਹਿੰਦਾ ਸਵਾਸ ਨਹੀਂ ਮਿਲਣੀ। ਚੱਲ ਇੰਜ ਕਰ, ਤੂੰ ਤੈਨੂੰ ਸਵਾਸ ਨਹੀਂ ਦਿੰਦਾ, ਪਰ ਤੂੰ ਆਪਣੀ ਜਗ੍ਹਾ ਦੇ ਉੱਤੇ ਕਿਸੇ ਹੋਰ ਨੂੰ ਭੇਜ ਦੇ, ਤੂੰ ਨਹੀਂ ਨਾ ਜਾਣਾ, ਆਪਣੀ ਜਗ੍ਹਾ ਤੇ ਪਰਿਵਾਰ ਚੋਂ ਦੇਖ ਲੈ ਜੇ ਕੋਈ ਜਾਂਦਾ ਤੇ। ਕਹਿੰਦੇ ਉਹ ਫਿਰ ਗਿਆ, ਆਪਣੀ ਪਤਨੀ ਕੋਲ ਗਿਆ, ਮੇਰੀ ਜਗ੍ਹਾ ਤੇ ਚਲ ਜਾ, ਮਾਂ ਪਿਓ ਕੋਲ ਗਿਆ। ਉਹ ਕਹਿੰਦੇ ਨਾ ਭਾਈ ਅਸੀਂ ਨਹੀਂ ਜਾਂਦੇ, ਅਸੀਂ ਕੀ ਕਰਨ ਨੂੰ ਜਾਣਾ, ਤੂੰ ਸਾਡੇ ਲਈ ਜੋੜਿਆ, ਤੂੰ ਤੇ ਸਾਨੂੰ ਪਾਲਣਾ ਹੈ, ਸਾਡੀ ਪਾਲਣਾ ਪੋਸ਼ਣਾ ਤੂੰ ਕਰਨੀ ਹੈ, ਤੂੰ ਜਿੱਥੋਂ ਮਰਜ਼ੀ ਲਿਆਉਂਦਾ ਧਨ ਦੌਲਤ, ਇਹਦੇ ਵਿੱਚ ਸਾਨੂੰ ਕੀ। ਤੇ ਫਿਰ ਉਸ ਤੋਂ ਬਾਅਦ ਫਿਰ ਜੰਮਾ ਦੇ ਕੋਲ ਉੱਥੇ ਆ ਕੇ ਜੰਮ ਨੂੰ ਕਹਿੰਦਾ ਕਿ ਹੁਣ ਤੂੰ ਲੈ ਹੀ ਚੱਲ ਮੈਨੂੰ, ਹੁਣ ਤੂੰ ਲੈ ਹੀ ਚੱਲ। ਸਾਰੀ ਉਮਰ ਜਿਹੜੀ ਆ ਮੈਂ ਇਸੇ ਤਰ੍ਹਾਂ ਕੱਢਤੀ, ਧਨ ਇਕੱਠਾ ਕਰਦਿਆਂ ਕੱਢਤੀ, ਇਹੋ ਸੋਚਦਾ ਰਹਿ ਗਿਆ ਚਲੋ ਐਸ਼ ਕਰਾਂਗੇ ਆਉਣ ਵਾਲੇ ਸਮੇਂ 'ਚ। ਕਈ ਵਾਰੀ ਕੀ ਹੁੰਦਾ ਹੈ, ਦੌਲਤ ਅਸੀਂ ਇਕੱਠੀ ਕਰਦੇ ਹਾਂ ਤੇ ਉਸ ਦੌਲਤ ਦੀ ਮੌਜ ਜਿਹੜੀ ਹੈ ਸਾਡੇ ਧੀਆਂ ਪੁੱਤਰ ਲੈ ਜਾਂਦੇ, ਮਨੁੱਖ ਨੂੰ ਉਹ ਵੀ ਨਹੀਂ ਮਿਲਦੀ ਕਈ ਵਾਰੀ। ਐਸਾ ਵੀ ਸਮਾਂ ਕਈਆਂ ਤੇ ਆਉਂਦਾ। ਨਰ ਚਾਹਤ ਕਛ ਔਰ, ਔਰੇ ਕੀ ਔਰੇ ਪਈ, ਚਿਤਵਤ ਰਹਿਓ ਠਗੌਰ, ਠੱਗਿਆ ਜਾਂਦਾ ਹੈ ਅੰਤ ਨੂੰ, ਨਾਨਕ ਫਾਸੀ ਗਲ ਪਰੀ, ਗਲਾਂ ਦੇ ਵਿੱਚ ਫਾਹੀ ਪੈ ਜਾਂਦੀ ਹੈ ਤੇ ਮਨੁੱਖ ਇਸ ਸੰਸਾਰ ਤੋਂ ਚਲਾ ਜਾਂਦਾ ਹੈ। ਚਿੱਤ ਦੀਆਂ ਚਿੱਤ 'ਚ ਹੀ ਰਹਿ ਕੇ ਫਿਰ ਉਸੇ ਤਰ੍ਹਾਂ ਚਲਾ ਜਾਂਦਾ ਹੈ। ਭਜਨ ਕਰਨਾ ਹੈ, ਬੰਦਗੀ ਕਰਨੀ, ਕਦੀ ਸੋਚਦਾ ਹੀ ਨਹੀਂ ਤੇ ਹੋਰ ਹੀ ਕੁਛ ਸੋਚਦਾ ਰਹਿੰਦਾ। ਫਿਰ ਅਚਿੰਤੇ ਬਾਜ ਪੈ ਜਾਂਦੇ ਆ ਉਹ ਰੱਬ ਦੇ, ਉਸ ਵਾਹਿਗੁਰੂ ਦੇ, ਉਹ ਆਣ ਕੇ ਲੈ ਜਾਂਦੇ। ਫਿਰ ਮਨੁੱਖ ਵਹਿੰਦਾ ਰਹਿੰਦਾ। ਸਤਿਗੁਰੂ ਰਹਿਮਤ ਕਾਰਨ ਆਪਾਂ 6 ਸਲੋਕਾਂ ਦੀ ਅੱਜ ਇਹ ਵਿਆਖਿਆ ਕੀਤੀ ਹੈ। ਸਤਿਗੁਰਾਂ ਨੇ ਇਹੀ ਇਹਨਾਂ ਦੇ ਵਿੱਚ ਦੱਸਣਾ ਕੀਤਾ ਕਿ ਭਾਈ ਦੁਰਮਤ ਨੂੰ ਛੱਡ ਕੇ ਉਸ ਵਾਹਿਗੁਰੂ ਦਾ ਭਜਨ ਕਰ ਲਾ, ਕਿਉਂਕਿ ਜਨਮਾਂ ਜਨਮਾਂ ਤੋਂ ਤੂੰ ਭਟਕਦਾ ਪਿਆ ਹੈ। 3 ਅਵਸਥਾਵਾਂ ਤੇਰੇ ਜੀਵਨ ਦੀਆਂ ਹਨ, ਉਹਨਾਂ ਦੇ ਵਿੱਚ ਭਜਨ ਕਰ ਲਾ ਤੇ ਚੰਗਾ ਹੈ। ਮਾਣ ਛੱਡ ਦੇ, ਹੰਕਾਰ ਛੱਡ ਦੇ, ਜੋ ਕਰਨ ਆਇਆ ਹੈ ਉਹ ਕਰ, ਜੋ ਬੰਦਗੀ ਕਰਨ ਆਇਆ ਉਹ ਕਰ। ਮਾਇਆ ਦੇ ਵਿੱਚ ਇੰਨਾ ਵੀ ਨਾ ਜੁੜ ਕਿ ਉਸ ਪਰਮੇਸ਼ਰ ਨੂੰ ਭੁੱਲ ਜਾਵੇਂ, ਕਿਉਂਕਿ ਫਿਰ ਜੋ ਤੂੰ ਚਾਹੁੰਦਾ ਹੈ ਉਹ ਨਹੀਂ ਹੋਣਾ, ਹੋਵੇਗਾ ਉਹ ਜੋ ਪਰਮੇਸ਼ਰ ਅਕਾਲ ਪੁਰਖ ਨੂੰ ਪਾਉਣਾ ਹੈ। ਸਤਿਗੁਰੂ ਰਹਿਮਤ ਕਰਨ, ਉਪਦੇਸ਼ ਸਤਿਗੁਰਾਂ ਦਾ ਹਿਰਦੇ 'ਚ ਵਸੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ